डॉक्टर अनुपमा पंजाबी यूनिवर्सिटी पटियाला तो बोलणगे जी। और उन्हों का जोड़ा एम्फसिस है वो होएगा कि इन्होंने एक्ट्स का कंज्यूमर ते गरीब खपतकार ते की असर पैंदा है। डॉक्टर अनुपमा ਨੂੰ ਬੇਨਤੀ ਕਰਾਂਗਾ। ਮੈਂ ਤੁਹਾਡੇ ਕੋਲੋਂ ਅੱਗੇ ਵੀ ਮਾਫੀ ਮੰਗੀ ਸੀ। ਦੇਖੋ ਇਸ ਤਰ੍ਹਾਂ ਹੈ ਕਿ ਮੈਂ ਤਾਂ ਸ਼ੁਰੂ 'ਚ ਹੀ ਕਿਹਾ ਸੀ ਕਿ ਬਹੁਤ ਸਾਰੇ ਸਿਆਣੇ ਬੰਦੇ ਉਸ ਪਾਸੇ ਨੇ। ਅੱਜ ਤਾਂ ਅਸੀਂ ਟਾਈਮ ਤੋਂ ਪਿੱਛੇ ਜਾ ਰਹੇ ਹਾਂ। ਅਸੀਂ ਤੁਹਾਡੇ ਲਈ ਦੁਬਾਰਾ ਬੁਲਾ ਸਕਦੇ ਹਾਂ। ਤੁਸੀਂ ਬਾਹਰ ਤਾਂ ਨਹੀਂ ਜਾ ਰਹੇ ਕਿਤੇ ਵਿਦੇਸ਼ ਤਾਂ ਨਹੀਂ ਜਾ ਰਹੇ। ਅਸੀਂ ਕਰ ਲਵਾਂਗੇ। ਨਹੀਂ, ਮੈਂ ਕਹਿ ਰਿਹਾ ਵੀ ਅਸੀਂ ਅਗਲਾ ਮੌਕਾ ਬਣ ਜਾਏਗਾ। ਤੁਸੀਂ ਤਾਂ ਸਮੇਂ ਦੀ ਤਰਤੀਬ ਜਾਣਦੇ ਹੀ ਹੋ, ਤੁਹਾਨੂੰ ਤਾਂ ਕੀ ਦੱਸਣਾ ਹੈ। मैं बेनती ये कर रहा कि इस तरह फिर असी अपना टाइम पूरा रख नहीं सकांगे। असी ऑलरेडी लेट आओ जी। स्टेज के उत्ते बैठे बहुत ही सत्कारयोग डिगनिटरीज ते स्टेज ते सारी ऑगस्ट आडियंस, जिमें पहला ही चीमा जी ने एक्सप्लेन किया है कि भी मैं मेनली जोड़े इन्होंने ऑर्डीनेंसिस दे विचों कंज्यूमर के उत्ते की असर पैना है, मैं उहदे उत्ते मेनली गल कर रही होंगी। मैं छोटिया छोटिया जिहड़ियां एग्जाम्पल्स ने उन्होंने लैके अपनी गल है जी कहने की कोशिश करूँ। मतलब वो मैं एग्जाम्पल्स इहो जिहियां मतलब कोई सेंसनाइज करने वास्ते नहीं लै रही हैगी। मतलब ये एग्जाम्पल्स एक्सैप्शनस नहीं हैगियां। इन्हां एग्जाम्पल के मिरर के थ्रू आपां मतलब इन्हां चीज़ां नूं इन्हां रूल्स नूं आपां समझण दी कोशिश कर रहे हैं। आपां नूं सब नूं पता है कि भी जिहड़े ये ऑर्डीनेंसिस सीगे है, बल्कि मतलब जोड़े एक्ट ने तो उन्होंने मतलब एक गेम चेंजर के तौर के उत्ते पेश किया जा रहा सी, प्रोपीगेट किया जा रहा है। तो उन्होंने बारे कहा जाता है कि भी ये बड़ी एक विन विन पोजीशन होगी। तो मतलब जो असी ये हक च बोलते हैं तो असी कहने कि भी ये किसान भी बैनीफिट होणगे, आम बंदे भी बैनीफिट होणगे, तो सरकार भी अपनियां जिहड़ियां हैगियां ने बहुत सारियां जिहड़ियां उहदियां जिम्मेवारियां ने उहदियां घट जाणगियां। गल यह है कि जदों असी इनू मतलब गेम का नाम दिंदे आ तो सहजे ही साडे दिमाग दे विच सवाल आउंदा है कि भी फिर प्लेयर कौन ने, उन्हां दी रैलेटिव स्ट्रैंथ की है, उस गेम दे रूल्स की है, तो साडे कोले प्लेइंग मटीरियल की है। तो यह मतलब इस नज़र तो जे आपां ये देखिए तो वैसे तो आम कंज्यूमर ते आम किसान है जिहड़ा ਉਹ ਇਸ ਖੇਡ ਨੂੰ ਖੇਡਣ ਦੇ ਵਿੱਚ ਬਿਲਕੁਲ ਇੰਟਰਸਟਿਡ ਨਹੀਂ ਸੀਗਾ। ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਉਹਦੇ ਉੱਤੇ ਮਤਲਬ ਅਸਲ ਦੇ ਵਿੱਚ ਥੋਪੇ ਗਏ ਨੇ। ਤਾਂ ਜਿਹੜੇ ਰੂਲਸ ਹੈ ਉਹ ਪਹਿਲਾਂ ਵੀ ਬਹੁਤ ਸਾਰਿਆਂ ਨੇ ਮਤਲਬ ਬੁਲਾਰਿਆਂ ਨੇ ਇੱਥੇ ਗੱਲ ਕੀਤੀ ਹੈ ਕਿ ਵੀ ਜਿਹੜੇ ਰੂਲਸ ਨੇ ਉਹ ਅਸਲ ਵਿੱਚ ਜਿਹੜਾ ਬਿਗ ਕਾਰਪੋਰੇਟ ਸੈਕਟਰ ਹੈ ਉਹਦੇ ਹਿਸਾਬ ਦੇ ਨਾਲ ਫਿਕਸ ਹੋਏ ਹੈ। ਤਾਂ ਹੁਣ ਤੁਸੀਂ ਇਹਨੂੰ ਕੁਛ ਇਸ ਤਰ੍ਹਾਂ ਸੋਚੋ, ਜਦੋਂ ਆਪਾਂ ਇਹਨੂੰ ਗੇਮ ਦਾ ਆਪਾਂ ਇਹਨੂੰ ਸਿੰਬੋਲਿਕਲੀ ਆਪਾਂ ਨੂੰ ਗੇਮ ਦੇ ਨਾਲ ਜੋੜਦੇ ਹਾਂ ਤਾਂ ਤੁਸੀਂ ਆਪਾਂ ਨੂੰ ਕੁਛ ਇਸ ਤਰ੍ਹਾਂ ਸੋਚ ਲਈਏ ਕਿ ਵੀ ਰੈਫਰੀ ਵੀ ਉਹਨਾਂ ਦਾ, ਬਾਲ ਦੀ ਟੈਂਪਰਿੰਗ ਵੀ ਕੀਤੀ ਹੋਈ ਹੈ ਤੇ ਹਵਾ ਦਾ ਰੁਖ ਵੀ ਉਹਨਾਂ ਵੱਲ ਹੈ। ਤਾਂ ਉਹਦੇ ਵਿੱਚ ਆਮ ਕਿਸਾਨ ਹੈ ਜਿਹੜਾ ਜਾਂ ਆਮ ਕੰਜ਼ਿਊਮਰ ਹੈ ਉਹਦੀ ਕੀ ਪੋਜੀਸ਼ਨ ਹੋਊਗੀ ਇਹ ਦੇਖਣ ਵਾਲਾ ਬਣਦਾ, ਕਿਉਂਕਿ ਉਹਦਾ ਮੁਕਾਬਲਾ ਹੈ ਜਿਹੜਾ ਉਹ ਫੇਸਬੁੱਕ, अंबानी का जियो प्लेटफॉर्म ते वट्सएप, गूगल वर्गे जोड़े वड्डे प्लेटफॉर्म ने वो उत्थे उहदे मुकाबले दे विच सांझे होए ने। मतलब उन्हां दी जिहड़ी हैगी आपां ये कह सकते हैं कि सांझी ताकत है। उन्हां दी अख है जिहड़ी वो भारत की ई ग्रोसरी की $18 बिलियन की जिहड़ी हैगी मार्केट के उत्ते पई है। उन्हां दी अख जिहड़ी भारत की एग्रीकल्चर दे विच जिहड़ी रिटेल मार्केटिंग है $1200 बिलियन है जिहड़ी ਉਹਦੇ ਉੱਤੇ ਪਈ ਹੈ। ਉਹਨਾਂ ਦੀ 34.8 ਜਾਂ ਕਹਿ ਲਓ $35 ਬਿਲੀਅਨ ਦੇ ਜਿਹੜੇ ਐਗਰੇਰੀਅਨ ਐਕਸਪੋਰਟਸ ਨੇ ਉਹਨਾਂ ਦੇ ਉੱਤੇ ਉਹਦੀ ਅੱਖ ਹੈ। ਇਹ ਉਹਨਾਂ ਦੀ ਟਰੋਫੀ ਹੈ ਜਿਹਦੇ ਵਿੱਚੋਂ ਉਹਨਾਂ ਨੇ ਹਰ ਹਾਲਤ ਦੇ ਵਿੱਚ ਇਸ ਗੇਮ ਨੂੰ ਜਿੱਤਣਾ ਹੈ। ਅਤੇ ਜਿਹੜੇ ਸਾਡੇ ਇਹ ਐਗਰੇਰੀਅਨ ਲਾਜ਼ ਹੈ, ਇਹ 3 ਲਾਜ਼ ਨੇ, ਉਹ ਉਸ ਟਰੋਫੀ ਨੂੰ ਜਿੱਤਣ ਵਾਸਤੇ ਉਹਨਾਂ ਨੂੰ ਇੱਕ ਲੀਗਲ ਬੇਸਿਸ ਨੇ ਜਿਹੜੇ ਉਹ ਪ੍ਰੋਵਾਈਡ ਕਰ ਰਹੇ ਨੇ। ਤਾਂ ਇਹ ਉਹ ਕੰਪਨੀਜ਼ ਹੈ, ਇਹ ਉਹ ਕਾਰਪੋਰੇਸ਼ਨਸ ਹੈ ਜਿਨ੍ਹਾਂ ਦੇ ਕੋਲੇ ਇੰਨੀ ਜ਼ਿਆਦਾ ਕੰਜ਼ਿਊਮਰ ਇੰਟੈਲੀਜੈਂਸ ਹੁੰਦੀ ਹੈ ਕਿ ਉਹ ਸਾਡੇ ਸਾਰਿਆਂ ਦੇ ਕੰਜ਼ਿਊਮਰ ਬਿਹੇਵੀਅਰ ਨੂੰ, ਜਦੋਂ ਵੀ ਆਪਾਂ ਮਤਲਬ ਕੋਈ ਵੀ ਚੀਜ਼ ਆਪਾਂ ਔਨਲਾਈਨ ਪਰਚੇਜ਼ ਕਰਦੇ ਹਾਂ ਤਾਂ ਸਾਡਾ ਜਿਹੜਾ ਡਾਟਾ ਹੈ ਉਹ ਆਟੋਮੈਟਿਕਲੀ ਸਟੋਰ ਹੋ ਜਾਂਦਾ।
ਤਾਂ ਉਹ ਸਾਡੇ ਸਾਰੇ ਇਹਨਾਂ ਪ੍ਰੈਫਰੈਂਸਿਸ ਨੂੰ, ਸਾਡੇ ਕੰਜ਼ਿਊਮਰ ਬਿਹੇਵੀਅਰ ਨੂੰ ਬਹੁਤ ਈਜ਼ੀਲੀ ਜਿਹੜਾ ਹੈਗਾ ਉਹ ਜੱਜ ਕਰ ਲੈਂਦੇ ਨੇ। ਤਾਂ ਇਹ ਤੋਂ ਪਹਿਲਾਂ ਕਿ ਅਸੀਂ ਡਿਸਾਈਡ ਕਰੀਏ ਕਿ ਅਸੀਂ ਕੀ ਖਰੀਦਣਾ ਹੈ, ਤਾਂ ਉਹ ਬਹੁਤ ਸਾਰੀਆਂ ਐਪਸ ਦੇ ਜ਼ਰੀਏ ਸਾਨੂੰ ਇਨਫਲੂਐਂਸ ਕਰਦੇ ਆ। ਤਾਂ ਊਬਾ ਮਾਰਕੀਟ ਜਿਹੜੀ ਕਿ ਮਤਲਬ UK ਦੀ ਇੱਕ ਸ਼ਾਪਿੰਗ ਐਪ ਬਣਾਉਂਦੀ ਹੈ, ਤਾਂ ਉਹ ਆਪਣੀ ਸਟੱਡੀ, ਮਤਲਬ ਉਹ ਆਪਦੀ ਮਸ਼ਹੂਰੀ ਵਾਸਤੇ ਉਹ ਇਹ ਕਹਿੰਦੀ ਹੈ ਕਿ ਵੀ ਸਾਡੀ ਇਸ ਐਪ ਦੇ ਨਾਲ ਕੰਜ਼ਿਊਮਰ ਦੀ ਬਾਸਕਟ ਦੇ ਵਿੱਚ 20% ਵਾਧਾ ਹੋ ਜਾਂਦਾ। ਤੇ ਜਦ ਜਿਹੜੇ ਕੰਜ਼ਿਊਮਰ ਮਤਲਬ ਇਸ ਐਪ ਨੂੰ ਯੂਜ਼ ਕਰਦੇ ਨੇ, ਤਾਂ ਉਹ ਉਹਨਾਂ ਦੇ ਉਸੇ ਸਟੋਰ ਵਿੱਚ ਵਾਪਸ ਮੁੜਨ ਦੇ 3 ਟਾਈਮਸ ਮੋਰ ਚਾਂਸਸ ਹੁੰਦੇ ਆ। ਤਾਂ ਅਸੀਂ ਮਤਲਬ ਈਜ਼ੀਲੀ ਸੋਚ ਸਕਦੇ ਹਾਂ ਕਿ ਵੀ ਜਦੋਂ ਫਾਈਨਾਂਸ, ਸੁਪਰਮਾਰਕੀਟਸ ਤੇ ਟੈਕਨੋਲੋਜੀ ਦੇ ਜਿਹੜੇ ਮਤਲਬ ਆਪਣੇ ਬੜੇ ਧੁਰੰਧਰ ਨੇ, ਜਦੋਂ ਉਹ ਇਕੱਠੇ ਹੋਣਗੇ ਤਾਂ ਉਹਦੇ ਵਿੱਚ ਜਿਹੜਾ ਇੱਕ ਆਮ ਕਿਸਾਨ ਹੈ ਤੇ ਇੱਕ ਜਿਹੜਾ ਆਮ ਕੰਜ਼ਿਊਮਰ ਹੈ, ਉਹਦੀ ਕੀ ਪੋਜੀਸ਼ਨ ਹੋਊਗੀ। ਤਾਂ ਇਹ ਬਿੱਲ ਬੇਸਿਕਲੀ ਇਸ ਸਾਰੇ ਕੁਛ ਵਾਸਤੇ, ਇਸ ਸਾਰੀ ਆਪਾਂ ਕਹੀਏ ਕਿ ਵੀ ਇੱਕ ਪਾਵਰ ਗੇਮ ਹੈ ਜਿਹੜੀ, ਉਹਦੇ ਵਾਸਤੇ ਉਹ ਇੱਕ ਲੀਗਲ ਬੇਸਿਸ ਨੇ ਜਿਹੜੇ ਉਹ ਪ੍ਰੋਵਾਈਡ ਕਰਦੇ ਨੇ, ਵੀ ਤਾਂ ਕਿ ਉਹ ਇਹ ਲਾਰਜ ਪਲੇਅਰਸ ਨੇ ਜਿਹੜੇ ਉਹ ਈਜ਼ੀਲੀ ਲਾਰਜਰ ਸਕੇਲ ਦੇ ਉੱਤੇ ਪ੍ਰੋਫਿਟਸ ਨੇ ਜਿਹੜੇ ਉਹ ਅਰਨ ਕਰ ਸਕਣ। ਤਾਂ ਪੂਰੇ ਵਰਲਡ ਦੇ ਵਿੱਚ ਜਿੰਨਾ ਵੀ ਸਾਡਾ ਮਤਲਬ ਐਗਰੀਰੀਅਨ ਜਿਹੜੀ ਰਿਟੇਲਿੰਗ ਹੈ, ਉਹਦਾ ਮਤਲਬ ਆਪਾਂ ਸਭ ਨੇ ਸੁਣਿਆ ਹੋਇਆ, ਦਵਿੰਦਰ ਸ਼ਰਮਾ ਜੀ ਨੇ ਬਹੁਤ ਵਾਰੀ ਇਸ ਗੱਲ ਦੇ ਉੱਤੇ ਲਿਖਿਆ ਹੈ ਕਿ ਵੀ ਜਿਹੜੀ ਇੱਕ ABCD ਸਾਡੇ ਕੋਲੇ ਜਿਹੜੀਆਂ 4 ਕਾਰਪੋਰੇਸ਼ਨਸ ਨੇ, ਜਿਨ੍ਹਾਂ ਦੇ ਵਿੱਚੋਂ ਕਾਰਗਿਲ ਇੱਕ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ, ਤਾਂ ਇਹ ਰਲ ਕੇ 80% ਆਫ ਜਿਹੜਾ ਰਿਟੇਲ ਟ੍ਰੇਡ ਹੈ ਉਹਨੂੰ ਮਤਲਬ ਉਹਦੇ 'ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਤਾਂ ਕਾਰਗਿਲ ਬਾਰੇ ਤਾਂ ਇਹ ਕਿਹਾ ਜਾਂਦਾ ਹੁੰਦਾ ਕਿ ਵੀ ਇਹ ਇੱਕ ਵੈਲਿਊ ਚੇਨ ਦੇ ਵਿੱਚ ਇੱਕ ਹਿੱਸਾ ਨਹੀਂ, ਬਲਕਿ ਇਹ ਆਪਣੇ ਆਪ ਦੇ ਵਿੱਚ ਪੂਰੀ ਚੇਨ ਹੈ। ਤਾਂ ਕਾਰਗਿਲ ਜਿਹੜੀ ਇਹਨਾਂ 4 ਫਰਮਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਨੀ ਜਾਂਦੀ ਹੈ। ਤੁਸੀਂ ਉਹਦਾ ਜੇ ਕਾਰਪੋਰੇਟ ਬਰੋਸ਼ਰ ਦੇਖੋ ਤਾਂ ਤੁਹਾਨੂੰ ਬਹੁਤ ਕਲੀਅਰ ਹੋ ਜਾਊਗਾ ਕਿ ਵੀ ਇਹ ਕੀ ਨੇ। ਉਹ ਲਿਖਦੇ ਆ ਆਪਣੇ ਉਸ ਕਾਰਪੋਰੇਟ ਬਰੋਸ਼ਰ ਦੇ ਵਿੱਚ, ਵੀ ਆਰ ਦਾ ਫਲੋਰ ਇਨ ਯੋਰ ਬ੍ਰੈਡ, wheat in your noodles, the salt on your fries, we are the corn in your tortillas, the chocolate in your dessert, the sweetener in your soft drink, we are the oil in your salad dressing, and the beef, the pork, or the chicken which you eat for your dinner, we are the cotton in your clothing, we are backing on your carpet and the fertilizers in your field। ਤਾਂ ਇਹ ਜਿਹੜੀ ਕਾਰਗਿਲ, ਜਿਹੜੀ ਕਿ ਮਤਲਬ 156 ਸਾਲ ਪਹਿਲਾਂ ਦੀ ਬਣੀ ਹੋਈ ਹੈ, ਤਾਂ ਇਹਨੇ ਮਤਲਬ ਇੰਨੇ ਲੰਬੇ ਸਮੇਂ ਦੇ ਵਿੱਚ ਜਿਹੜੇ ਆਪਣੀ ਐਗਰੇਰੀਅਨ ਜਿਹੜੀ ਮਾਰਕੀਟ ਹੈ, ਵੋਲਿਊਮ ਚਾਹੀਦਾ, ਉਹਦੇ ਮੂਹਰੇ ਐਸਟ ਪੂਅਰ ਫਾਰਮਰ ਹੈ ਜਿਹੜਾ ਉਹ ਨਹੀਂ ਖੜ ਸਕਦਾ ਹੈਗਾ। ਤਾਂ ਅਲਟੀਮੇਟਲੀ ਹੁੰਦਾ ਕੀ ਹੈ ਕਿ ਮਤਲਬ ਕੰਸੋਲੀਡੇਸ਼ਨ ਆਫ ਲੈਂਡ ਹੋਣ ਲੱਗ ਜਾਂਦੀ ਆ। ਛੋਟੇ ਫਾਰਮਰ ਨੇ ਜਿਹੜੇ ਉਹ ਆਪਣੀ ਜਿਹੜੀ ਹੈਗੀ ਹੈ ਲੈਂਡ ਹੈ ਉਹ ਵੇਚਣ ਲੱਗ ਜਾਂਦੇ ਨੇ। ਮਤਲਬ ਬਹੁਤ ਸਾਰੀਆਂ ਐਗਜ਼ਾਮਪਲਸ ਜੇ ਆਪਾਂ ਨਾ ਵੀ ਕਹੀਏ ਤਾਂ ਮੈਂ ਇੱਕ ਲਾਈਨ ਦੇ ਵਿੱਚ ਮੈਂ ਇਹ ਕਹਾਂ ਕਿ ਵੀ ਇਹ ਉਹ ਮਾਡਲ ਹੈ ਕਿ ਜਿਹੜਾ ਕਿ ਆਪਣੇ ਲੈਂਡ ਨੂੰ ਤੇ ਬਹੁਤ ਸਾਰੇ ਜਿਹੜੇ ਪ੍ਰੋਡਕਟਿਵ ਸੋਰਸਿਸ ਨੇ ਉਹਨਾਂ ਨੂੰ ਡਾਈਜੈਸਟ ਕਰਦਾ ਤੇ ਹਿਊਮਨ ਬੀਇੰਗਸ ਨੂੰ, ਕਾਮਨ ਮਾਸਿਸ ਨੂੰ ਸਪਿਟ ਆਊਟ ਕਰ ਦਿੰਦਾ। ਮਤਲਬ ਇੱਕ ਇਹੋ ਜਿਹਾ ਜਿਹੜਾ ਹੈਗਾ ਮਾਡਲ ਹੈ। ਸਾਡੇ ਸਾਹਮਣੇ ਗੁਜਰਾਤ ਮਾਡਲ ਨੂੰ ਬੜਾ ਆਈਡਲਾਈਜ਼ ਕਰਕੇ ਦਿਖਾਇਆ ਜਾਂਦਾ ਸੀਗਾ ਕਿ ਵੀ ਮਤਲਬ ਵੀ ਦੇਖੋ ਗੁਜਰਾਤ ਦੇ ਵਿੱਚ ਅਸੀਂ ਇਹੋ ਜਿਹੇ ਰਿਫਾਰਮਸ ਲੈ ਕੇ ਆਂਦੇ ਤੇ ਗੁਜਰਾਤ ਦੇ ਵਿੱਚ ਇਹੋ ਜਿਹੀਆਂ ਪੋਜ਼ਿਟਿਵ ਜਿਹੜੀਆਂ ਹੈਗੀਆਂ ਗੱਲਾਂ ਹੋਈਆਂ। ਤਾਂ ਸਾਡੇ ਕੋਲੇ ਗੁਜਰਾਤ ਦੀਆਂ ਉਹੋ ਜਿਹੀਆਂ ਹੀ ਕੰਟਰਾਸਟ ਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਵੀ ਪਈਆਂ ਨੇ। ਰਿਲਾਇੰਸ ਇੰਡਸਟਰੀ ਜਦੋਂ ਉਹ ਆਪਣੇ ਉਸ ਪ੍ਰੋਜੈਕਟ ਦੇ ਵਾਸਤੇ 10,000 ਏਕੜ ਦੀ ਜ਼ਮੀਨ ਨੂੰ ਅਕਵਾਇਰ ਕਰਦੀ ਹੈ ਜਾਮਨਗਰ ਵਾਲੇ ਇਲਾਕੇ ਦੇ ਵਿੱਚ, ਤਾਂ ਆਮ ਕਿਸਾਨ, ਜਿਹੜਾ ਛੋਟਾ ਕਿਸਾਨ ਜਿਹਦੀ ਕੋਈ ਬਾਰਗੇਨਿੰਗ ਸਟਰੈਂਥ ਨਹੀਂ ਹੈਗੀ, ਉਹਨੂੰ ਜਿਹੜੀ ਹੈਗੀ ਆ ਲੈਂਡ ਆ ਉਹ ਸਿਰਫ 16 ਤੋਂ 18 ਰੁਪਏ ਪਰ ਸਕੁਅਰ ਮੀਟਰ ਉਹਨੂੰ ਆਫਰ ਕੀਤੀ ਜਾਂਦੀ ਹੈ। ਜਦਕਿ ਉਹਦੇ ਨਾਲ ਐਡਜੈਸੈਂਟ ਜਿਹੜੀ ਗਵਰਨਮੈਂਟ ਵੇਸਟ ਲੈਂਡ ਹੈ ਉਹਦਾ ਰੇਟ ਆ ਜਿਹੜਾ ਉਹ 384 ਰੁਪਏ ਸਕੁਅਰ ਮੀਟਰ ਪੈਂਦਾ। ਤੇ ਜਿਹੜਾ ਮਤਲਬ ਉਸੇ ਥਾਂ ਦੇ ਉੱਤੇ ਇੱਕ ਪਾਸਚਰ ਲੈਂਡ ਹੈ ਜਿਹਨੂੰ ਉਹ ਗੌਚਾਰ ਲੈਂਡ ਕਹਿੰਦੇ ਆ, ਉਹ 30% ਜਿਹੜੀ ਹੈਗੀ ਐਕਸਟਰਾ ਮਿਲਦੀ ਹੈ। ਸਿਮਿਲਰਲੀ ਗੁਜਰਾਤ ਦਾ ਹੀ ਕੇਸ ਜਿਹੜਾ ਹੈਗਾ ਪੈਪਸੀਕੋ ਦਾ ਹੈ। ਤਾਂ ਪੈਪਸੀਕੋ ਦੇ ਵਿੱਚ ਉਹਨਾਂ ਨੇ ਜਦੋਂ ਮਤਲਬ ਲੋਕਲ ਵਰਾਇਟੀਜ਼ ਨੂੰ, ਮਤਲਬ ਆਪਣੇ ਚਿਪਸ ਵਗੈਰਾ ਦੇ ਬਣਾਉਣ ਦੇ ਵਿੱਚ ਜਦੋਂ ਲੋਕਲ ਵਰਾਇਟੀਜ਼ ਨੂੰ ਉਹਨਾਂ ਨੇ ਪੈਟੈਂਟਾਈਜ਼ ਕਰ ਲਿਆ, ਤਾਂ ਜਿਹੜੀ ਵਰਾਇਟੀ ਦੇ ਵਿੱਚ ਉਹ ਸਾਰੇ ਆਪਣੇ ਚਿਪਸ ਵਗੈਰਾ ਬਣਾਉਂਦੇ ਸੀਗੇ, ਤਾਂ ਉਹਦੇ ਲਈ ਬਕਾਇਦਾ ਉਹਨਾਂ ਨੇ ਕੁਝ ਫਾਰਮਰਸ ਨੂੰ ਸਿਊ ਕੀਤਾ ਕਿ ਤੁਸੀਂ ਸਾਡੀ ਉਹ ਵਰਾਇਟੀ ਆ ਜਿਹੜੀ ਉਹ ਤੁਸੀਂ ਬਣਾ ਕੇ ਵੇਚ ਰਹੇ ਹੋ, ਤੇ ਜਿਹੜੀ ਉਸ ਸਿਊਇੰਗ ਦੀ ਜਿਹੜਾ ਫਾਈਨ ਸੀਗਾ ਉਹ ਉਹਨਾਂ ਦੇ ਉੱਤੇ 1.05 ਕਰੋੜ ਰੁਪਇਆ ਰੱਖਿਆ ਗਿਆ। ਤਾਂ ਤੁਸੀਂ ਸੋਚ ਸਕਦੇ ਹੋ ਕਿ ਵੀ ਛੋਟਾ ਕਿਸਾਨ ਹੈ ਜਿਹੜਾ ਉਹ ਲੋਕਲੀ ਡਿਵੈਲਪਡ ਵਰਾਇਟੀ ਸੀਗੀ, ਉਹਨੂੰ ਪੈਟੈਂਟਾਈਜ਼ ਕਰ ਲਿਆ, ਤੇ ਉਸ ਫਾਰਮਰ ਨੂੰ ਉਸ ਸ਼ਿਕੰਜੇ ਦੇ ਵਿੱਚ ਲਿਆਉਣ ਲਈ ਉਹਨਾਂ ਨੇ ਹਰੇਕ ਤਰ੍ਹਾਂ ਦੀ ਖੇਡ ਖੇਡੀ।
ਉਹਨਾਂ ਨੇ ਮਤਲਬ ਆਪਣੇ ਹਾਇਰ ਡਿਟੈਕਟਿਵ ਰੱਖੇ, ਉਹ ਡਿਟੈਕਟਿਵ ਭੇਸ ਬਦਲ ਕੇ ਕਿਸਾਨਾਂ ਦੇ ਕੋਲੇ ਜਾਂਦੇ ਨੇ, ਉਹਨਾਂ ਨੂੰ ਹਾਇਰ ਪ੍ਰਾਈਸ ਆਫਰ ਕਰਦੇ ਨੇ, ਉਹਨਾਂ ਤੋਂ ਮਤਲਬ ਵਿਦਆਊਟ ਮਤਲਬ ਇਨਫੋਰਮਿੰਗ ਦੈਮ, ਤਾਂ ਉਹ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵੈਰਾਈਟੀਜ਼ ਨੂੰ ਟੈਸਟ ਕਰਦੇ ਆ, ਸਬੂਤ ਇਕੱਠੇ ਕਰਦੇ ਆ, ਤੇ ਉਹਨਾਂ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਖਿੱਚਦੇ ਆ, ਤੇ ਮਤਲਬ ਆਪਣੇ ਜਿਹੜਾ ਹੈਗਾ ਕਿ ਪਨਿਸ਼ਮੈਂਟ ਦੇ ਵਾਸਤੇ ਦੇ ਰੂਪ ਦੇ ਵਿੱਚ ਉਹ ਚੀਜ਼ ਸਾਹਮਣੇ ਆਉਂਦੀ ਹੈ। ਸਰਕਾਰ ਦੀ ਇੰਟਰਫੇਰੈਂਸ ਦੇ ਨਾਲ ਬੇਸ਼ੱਕ ਵੀ ਇਹ ਚੀਜ਼ ਵਾਪਸ ਲਈ ਗਈ, ਕਿਉਂਕਿ ਮਤਲਬ ਸਰਕਾਰ ਦਾ ਜਿਹੜਾ ਹੈਗਾ ਫੇਸ ਹੈ ਉਹ ਬਹੁਤ ਜ਼ਿਆਦਾ ਇਸ ਦੇ ਨਾਲ ਜਿਹੜਾ ਨੈਗੇਟਿਵ ਪੋਰਟਰੇ ਹੁੰਦਾ ਸੀਗਾ, ਪਰ ਮਤਲਬ ਉਹਨਾਂ ਨੇ ਮਤਲਬ ਗੱਲ ਵੀ ਕੀ ਕੀਤੀ ਕਿ ਵੀ ਅਸੀਂ ਇਸ ਚੀਜ਼ ਨੂੰ ਵਾਪਸ ਲੈ ਲਾਂਗੇ ਜੇ ਤੁਸੀਂ ਇਸ ਕੰਟਰੈਕਟ ਦੇ ਵਿੱਚ ਐਂਟਰ ਕਰ ਜਾਂਦੇ ਹੋ, ਕਿ ਯੂ ਗੋ ਔਨ ਪ੍ਰੋਡਿਊਸਿੰਗ ਦ ਸੇਮ ਵੈਰਾਈਟੀ, ਤੇ ਮਤਲਬ ਪਰ ਤੁਸੀਂ ਸਾਡੇ ਨਾਲ ਕੰਟਰੈਕਟ ਸਾਈਨ ਕਰ ਲਓ। ਤਾਂ ਇਸ ਤਰ੍ਹਾਂ ਬਹੁਤ ਸਾਰੇ ਬੈਕਡੋਰ ਦੀਆਂ ਐਂਡ ਦੇ ਥਰੂ ਜਾਂ ਪ੍ਰੈਸ਼ਰਸ ਦੇ ਥਰੂ ਉਹਨਾਂ ਕਿਸਾਨਾਂ ਨੂੰ ਉਸ ਕੰਟਰੈਕਟ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੱਥੇ ਇਹ ਕੰਪਨੀਜ਼ ਲੈਂਡ ਨੂੰ ਅਕਵਾਇਰ ਕਰਦੀਆਂ ਨੇ, ਲੈਂਡ ਨੂੰ ਗ੍ਰੈਬ ਕਰਦੀਆਂ ਨੇ, ਉਹਨਾਂ ਥਾਵਾਂ ਦੇ ਉੱਤੇ ਉਹ ਜਿਹੜੇ ਬੈਸਟ ਆਫ ਵਾਟਰ ਰਿਸੋਰਸਿਸ ਨੇ ਉਹਨਾਂ ਨੂੰ ਵੀ ਯੂਜ਼ ਕਰਦੀਆਂ। ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹਨਾਂ ਨੇ ਅੰਡਰਗਰਾਊਂਡ ਐਕੁਇਫਰਸ ਨੇ ਜਿਹੜੇ ਉਹ ਖਰਾਬ ਕੀਤੇ। ਅਸੀਂ ਕ੍ਰੌਪ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਸੀ, ਜਦੋਂ ਅਸੀਂ ਪ੍ਰੋਪੇਗੇਟ ਕਰਦੇ ਹਾਂ ਇਹਨਾਂ ਮਤਲਬ ਲੈਂਡ ਲਾਜ਼ ਨੂੰ, ਫਾਰਮ ਲਾਜ਼ ਨੂੰ, ਤਾਂ ਅਸੀਂ ਕਹਿੰਦੇ ਹਾਂ ਕਿ ਵੀ ਸਾਡਾ ਜਿਹੜਾ ਹੈਗਾ ਵੀ ਅਸੀਂ ਇੱਕੋ ਜਿਹੀ ਕ੍ਰੌਪਿੰਗ ਪੈਟਰਨ ਵਿੱਚ ਫਸੇ ਹੋਏ ਹਾਂ, ਤਾਂ ਸਾਡੇ ਇਨਵਾਇਰਨਮੈਂਟ ਡੈਮੇਜ ਹੁੰਦਾ। ਪਰ ਇਹ ਕੰਪਨੀਜ਼ ਨੇ ਜਿਹੜੀਆਂ ਜਦੋਂ ਮਤਲਬ ਇਸ ਕਿਸੇ ਵੀ ਕਿਸਮ ਦੇ ਕੰਟਰੈਕਟ ਫਾਰਮਿੰਗ ਦੇ ਵਿੱਚ ਪੈਂਦੀਆਂ ਨੇ, ਤਾਂ ਇਹ ਲਾਰਜਲੀ ਮੋਨੋਕ੍ਰੌਪਿੰਗ ਹੈ ਜਿਹੜੀ ਉਹਨੂੰ ਇਨਕਰੇਜ ਕਰਦੀਆਂ। ਤਾਂ ਉਹ ਸਾਡੇ ਕੋਲੇ ਰਿਜ਼ਲਟਸ ਹੈਗੇ ਆ। ਤਾਂ ਮਤਲਬ ਤੁਸੀਂ ਸੋਚ ਕੇ ਦੇਖ ਲਓ ਕਿ ਵੀ ਇਨਵਾਇਰਨਮੈਂਟਲ ਡੈਮੇਜ, ਚਾਹੇ ਉਹ ਵਾਟਰ ਰਿਸੋਰਸਿਸ ਦੇ ਕੇਸ ਵਿੱਚ ਹੈ, ਚਾਹੇ ਉਹ ਸੋਇਲ ਦੀ ਡਿਪਲੀਸ਼ਨ ਦੇ ਕੇਸ ਦੇ ਵਿੱਚ ਹੈ, ਚਾਹੇ ਉਹ ਮਤਲਬ ਸਾਡੀ ਜਿਹੜੀ ਹੈਗੀ ਆ ਫਰਟੀਲਿਟੀ ਦੇ ਕੇਸ ਦੇ ਵਿੱਚ ਹੈ, ਉਹਦਾ ਕੋਈ ਹੱਲ ਨਹੀਂ ਹੈਗੇ ਇਹ ਫਾਰਮ ਲਾਜ਼ ਵੀ। ਜੇ ਜੋ ਕੁਛ ਅਸੀਂ ਬਾਅਦ ਵਿੱਚ ਉਹ ਦੇਖਾਂਗੇ, ਤਾਂ ਜਦੋਂ ਮਤਲਬ ਲੈਂਡ ਜਵਾਬ ਦਿੰਦੀ ਹੈ, ਰਿਟਰਨਸ ਡਿਮਿਨਿਸ਼ ਹੁੰਦੇ ਨੇ, ਕਾਸਟ ਹੈ ਜਿਹੜੀ ਪਰ ਯੂਨਿਟ ਕਾਸਟ ਹੈ ਉਹ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਲੋਕਲੀ ਕੁਛ ਪ੍ਰੈਸ਼ਰਸ ਬਿਲਡ ਹੋਣ ਲੱਗ ਜਾਂਦੇ ਆ, ਇਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ। ਇਹ ਆਪਣਾ ਬੋਰੀਆ ਬਿਸਤਰਾ ਚੱਕਦੇ ਨੇ ਤੇ ਕਿਸੇ ਹੋਰ ਵਰਜਨ ਲੈਂਡ ਦੇ ਉੱਤੇ ਜਾ ਕੇ, ਜਿੱਥੇ ਕਿ ਰੈਲੇਟਿਵਲੀ ਲਾਜ਼ ਨੇ ਜਿਹੜੇ ਉਹ ਘੱਟ ਹੋਣਗੇ, ਘੱਟ ਸਖਤ ਹੋਣਗੇ, ਉਹ ਉੱਥੇ ਸ਼ਿਫਟ ਕਰ ਜਾਣਗੇ। ਯਾਨੀ ਮਤਲਬ what to produce, how much to produce, for whom to produce, ਇਹਦਾ ਜਿਹੜਾ ਸਾਰਾ ਫੈਸਲਾ ਹੈ ਉਹ ਸਾਡਾ ਆਮ ਕੰਜ਼ਿਊਮਰ ਦੇ ਹੱਥ ਵਿੱਚ ਜਾਂ ਆਮ ਲੋਕਾਂ ਦੇ ਹੱਥ ਵਿੱਚ ਨਹੀਂ ਰਹਿ ਜਾਣਾ। ਜਦੋਂ ਮਤਲਬ ਇਹ ਸਾਰਾ ਫੈਸਲਾ ਇਹਨਾਂ ਲੋਕਾਂ ਦੇ ਹੱਥ ਵਿੱਚ ਹੋਊਗਾ, ਇਹਨਾਂ ਵੱਡੀਆਂ ਜਿਹੜੀਆਂ ਕੁਛ ਇੱਕ ਕੰਪਨੀਜ਼ ਨੇ ਉਹਨਾਂ ਦੇ ਹੱਥ ਵਿੱਚ ਹੋਊਗਾ। ਤਾਂ ਸਰਕਾਸਟਿਕਲੀ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਜਿਹੜਾ ਅਸੀਂ ਹੁਣ ਫੂਡ ਪ੍ਰੋਡਿਊਸ ਕਰਦੇ ਹਾਂ ਫॉर ਅਸ, ਤਾਂ ਇਹ ਫੂਡ ਫॉर US ਹੋ ਜਾਊਗਾ। ਮਤਲਬ ਉਹਨਾਂ ਥੋੜ੍ਹੀ ਜਿਹੀ ਟਵਿਸਟਿੰਗ, ਵਰਡ ਦੀ ਟਵਿਸਟਿੰਗ ਹੀ ਹੈ, ਪਰ ਇਹ ਕਾਫੀ ਕੁਛ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਮੈਸੇਜ ਕਨਵੇ ਕਰਦੀ ਹੈ। ਤਾਂ ਇਹ ਲਾਰਜ ਕਾਰਪੋਰੇਸ਼ਨਸ ਸਾਰੀਆਂ ਜਿਹੜੀਆਂ ਐਗਰੀਕਲਚਰਲ ਗੁੱਡਸ ਨੇ, ਉਹਨਾਂ ਦੀਆਂ ਕੀਮਤਾਂ, ਉਹਨਾਂ ਦੀ ਕਿਸਮ, ਉਹਨਾਂ ਦੀ ਕੁਆਲਿਟੀ, ਉਹਨਾਂ ਦੀ ਕੁਆਂਟਿਟੀ, ਤੇ ਮਤਲਬ ਪੂਰੇ ਫਾਰਮ ਟੂ ਫੋਕ ਤੱਕ ਉਹਨਾਂ ਦਾ ਜਿਹੜਾ ਹੈਗਾ ਕੰਟਰੋਲ ਹੋਊਗਾ। ਜਿਵੇਂ ਡਾਕਟਰ ਕੁਮਰ ਨੇ ਪਹਿਲਾਂ ਮੋਨੋਪਸੋਨਿਸਟ ਦੀ ਗੱਲ ਕੀਤੀ ਸੀਗੀ, ਤਾਂ ਸਾਨੂੰ ਇਹ ਲੱਗਦਾ ਹੈ ਕਿ ਵੀ ਜੇ ਪ੍ਰਾਈਸਿਸ ਵਧਣਗੀਆਂ ਤਾਂ ਸ਼ਾਇਦ ਕਿਸਾਨ ਨੂੰ ਵੀ ਫਾਇਦਾ ਹੋਊਗਾ। ਪਰ ਜਦੋਂ ਮਤਲਬ ਅਸੀਂ ਫਾਰਮ ਟੂ ਫੋਕ ਦੀ ਗੱਲ ਕਰਦੇ ਹਾਂ, ਤਾਂ ਫਾਰਮ ਗੇਟ ਦੇ ਉੱਤੇ ਇਹ ਕਾਰਪੋਰੇਸ਼ਨਸ ਮੋਨੋਪਸੋਨਿਸਟ ਨੇ, ਬਾਇਰ ਨੇ, ਮਤਲਬ ਸਿੰਗਲ ਬਾਇਰ ਨੇ। ਤਾਂ ਇਹਦਾ ਮਤਲਬ ਕੀ ਆ ਕਿ ਵੀ ਉੱਥੇ ਜਿਹੜੀ ਹੈਗੀ ਪ੍ਰਾਈਸ ਹੈ ਉਹ ਬਾਇਰ ਦੇ ਹਿਸਾਬ ਦੇ ਨਾਲ, ਮਤਲਬ ਕਾਰਪੋਰੇਟ ਸੈਕਟਰ ਦੇ ਹਿਸਾਬ ਨਾਲ ਹੋਊਗੀ। ਫੋਕ ਦੇ ਉੱਤੇ ਉਹ ਫੇਰ ਮੋਨੋਪਲਿਸਟ ਸੈਲਰ ਨੇ, ਤਾਂ ਉੱਥੇ ਪ੍ਰਾਈਸ ਹੈ ਜਿਹੜੀ ਉਹ ਬਹੁਤ ਹਾਇਰ ਹੋ ਕੇ ਉੱਥੇ ਜਿਹੜੀ ਹੈਗੀ ਆ ਪਹੁੰਚੂਗੀ। ਤਾਂ ਸਟੱਡੀਜ਼ ਇਹ ਦੱਸਦੀਆਂ ਨੇ ਕਿ ਪਬਲਿਕ ਪ੍ਰੋਕਿਉਰਮੈਂਟ ਦੀ ਐਬਸੈਂਸ ਦੇ ਵਿੱਚ, ਚਲੋ ਪਬਲਿਕ ਪ੍ਰੋਕਿਉਰਮੈਂਟ ਆਪਾਂ ਸਟ੍ਰਿਕਟ ਇੰਡੀਅਨ ਸੈਂਸ ਦੇ ਵਿੱਚ ਨਾ ਵੀ ਕਹੀਏ, ਵੀ ਸੋਸ਼ਲ ਕੰਟਰੋਲ ਦੀ ਐਬਸੈਂਸ ਦੇ ਵਿੱਚ ਹਮੇਸ਼ਾ ਜਿਹੜੀ ਸਾਡੀ ਮਤਲਬ ਫੋਕ ਦੀ ਪ੍ਰਾਈਸ ਹੈ ਉਹਦੇ ਵਿੱਚ ਫਾਰਮ ਦਾ ਸ਼ੇਅਰ ਹੈ ਉਹ ਲਗਾਤਾਰ ਘਟਦਾ। ਤਾਂ ਸਾਡੇ ਕੋਲੇ ਜਿੰਨੀਆਂ ਵੀ ਜਿਹੜੀਆਂ ਚੀਜ਼ਾਂ ਨੇ ਉਹ ਪਬਲਿਕਲੀ ਪ੍ਰੋਕਿਓਰਡ ਹੁੰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਫਾਰਮਰ ਦਾ ਸ਼ੇਅਰ ਸਾਡਾ 75% ਤੱਕ ਵੀ ਜਾ ਰਿਹਾ, 65% ਤੱਕ ਵੀ ਜਾ ਰਿਹਾ। ਪਰ ਜਿਨ੍ਹਾਂ ਥਾਵਾਂ ਦੇ ਉੱਤੇ ਖੇਤੀ ਦਾ ਮਤਲਬ ਆਪਾਂ ਕਹੀਏ ਵੀ ਕਮਰਸ਼ਲਾਈਜੇਸ਼ਨ ਹੋਈ ਹੈ ਜਾਂ ਇਹਨਾਂ ਲਾਈਨਸ ਦੇ ਉੱਤੇ ਚੱਲ ਰਹੀ ਹੈ, ਉਹਨਾਂ ਥਾਂ ਦੇ ਉੱਤੇ ਉਹ 10 to 15% ਹੈ ਜਿਹੜਾ ਉਹ ਇਸ ਤਰ੍ਹਾਂ ਚੱਲ ਰਿਹਾ। ਤਾਂ USA ਦੀ ਅਕਸਰ ਐਗਜ਼ਾਮਪਲ ਦਿੱਤੀ ਜਾਂਦੀ ਹੁੰਦੀ ਹੈ, ਤਾਂ ਸਾਨੂੰ ਇਹ ਲੱਗਦਾ ਹੈ ਕਿ ਵੀ USA ਦਾ ਫਾਰਮਰ ਬਹੁਤ ਰਿਚ ਹੋਊਗਾ, ਪਰ ਉੱਥੇ ਦੇ ਇੰਪਰੂਵਮੈਂਟਸ ਦੇ ਨਾਲ, ਜਿੰਨੀਆਂ ਵੀ ਮਤਲਬ ਰਿਫਾਰਮਸ ਦੇ ਨਾਲ, ਤਾਂ ਇੱਕ ਜਿਹੜਾ ਸਮਾਲ US ਫਾਰਮਰ ਹੈ ਉਹਦੀ US ਦੀ ਜਿਹੜੀ ਮੀਡੀਅਨ ਇਨਕਮ ਤੋਂ $1400 ਇਨਕਮ ਹੈ ਜਿਹੜੀ ਉਹ ਕਿਤੇ ਘੱਟ ਹੈ। ਸਰ ਮੈਨੂੰ ਪਲੀਜ਼ ਟਾਈਮ ਬਾਰੇ ਮੈਨੂੰ ਦੱਸ ਦਿਓ। ਤਾਂ ਜਦੋਂ ਆਪਾਂ ਪ੍ਰਾਈਸਿਸ ਦੀ ਗੱਲ ਕਰਦੇ ਹਾਂ, ਤਾਂ US ਦੇ ਵਿੱਚ ਜਿਹੜੀ ਕਾਸਟ ਆਫ ਵੀਟ ਹੈ ਦੈਟ ਹੈਜ਼ ਇਨਕਰੀਜ਼ਡ ਬਾਈ 3-fold ਇਨ ਲਾਸਟ 20 years। ਤੇ ਜਿਹੜੀ ਮਤਲਬ ਫਾਰਮ ਗੇਟ ਪ੍ਰਾਈਸ ਹੈ ਜਿਹੜੀ ਕਿ ਉਹ ਰਿਸੀਵ ਕਰਦੇ ਨੇ, that is at the level of 1865 ਦੀ।
1865 ਦੀ ਕੀਮਤ ਦੇ ਜਿਹੜੀਆਂ ਹੈਗੀਆਂ ਪ੍ਰਾਈਸਿਸ ਨੇ ਉਹ ਉੱਥੇ ਉਹ ਸਟੇਬਲ ਖੜੀ ਹੈ। ਤੇ ਫਾਰਮਰਸ ਦਾ ਜਿਹੜਾ ਸ਼ੇਅਰ ਰਿਟੇਲ ਪ੍ਰਾਈਸ ਦੇ ਵਿੱਚ, ਜਿਹੜਾ ਕਿ 1950 ਦੇ ਵਿੱਚ 50% ਹੋਇਆ ਕਰਦਾ ਸੀਗਾ, ਉਹ ਅੱਜ ਸਿਰਫ 15% ਆ। ਤਾਂ ਲਾਸਟ 40 ਈਅਰਸ ਦੇ ਵਿੱਚ ਜਿਹੜੀਆਂ ਮਤਲਬ ਫੂਡ ਪ੍ਰਾਈਸਿਸ ਨੇ ਉਹ ਇਸ ਟਾਈਪ ਦੇ ਕਾਰਪੋਰੇਟ ਸੈਕਟਰ ਦੇ ਕਰਕੇ ਉਹ 200% ਆ ਜਿਹੜੀਆਂ ਉਹ ਇੰਕਰੀਜ਼ ਹੋ ਗਈਆਂ ਹੋਈਆਂ ਨੇ। ਪਰ ਜਿਹੜੇ ਮਤਲਬ ਬਾਟਮ 90% ਲੋਕ ਨੇ, ਉਹਨਾਂ ਦੀ ਜਿਹੜੀ ਹੈਗੀ ਆ ਇਨਕਮ ਹੈ, ਉਹਨਾਂ ਦੀ ਜਿਹੜੀਆਂ ਅਰਨਿੰਗਸ ਹੈ, ਉਹ ਹਾਰਡਲੀ 25% ਦੀ ਜਿਹੜੀਆਂ ਉਹ ਵਧੀਆਂ ਨੇ। ਤਾਂ ਮਤਲਬ ਤੁਸੀਂ ਸੋਚ ਸਕਦੇ ਹੋ ਕਿ ਵੀ ਇਸ ਟਾਈਪ ਦੇ ਪ੍ਰਾਈਸ ਰਾਈਜ਼ ਦੇ ਕੇਸ ਦੇ ਵਿੱਚ ਕੰਜ਼ਿਊਮਰ ਆ ਜਿਹੜਾ ਉਹ ਕਿੱਥੇ ਖੋਊਗਾ। ਤਾਂ ਜਦੋਂ ਇਹ ਫਾਰਮ ਲਾਜ਼ ਦੇ ਬਾਰੇ ਛੋਟੇ ਛੋਟੇ ਕਿੱਸੇ, ਛੋਟੀਆਂ ਨਿਊਜ਼ ਛਪਦੀਆਂ ਸੀਗੀਆਂ, ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਤਲਬ ਆਪਾਂ ਸਭ ਨੇ ਉਹ ਇੱਕ ਲਸਣ ਦੀ ਐਗਜ਼ਾਮਪਲ ਪੜ੍ਹੀ, ਇੱਕ ਮਤਲਬ ਗਲੂਰ ਦੀ ਐਗਜ਼ਾਮਪਲ ਪੜ੍ਹੀ। ਤਾਂ ਹੁਣ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਵੀ ਗਾਰਲਿਕ ਹੈ ਜਿਹੜਾ ਉਹ ਆਪਣੇ ਕੋਲੇ ਜਿਹੜਾ ਕਿਸਾਨ ਉਹ ₹1 ਪ੍ਰਤੀ ਕਿਲੋ ਵੇਚ ਰਿਹਾ, ਉਸੇ ਦਿਨ ਔਨ ਦਾ ਸੇਮ ਡੇ ਰਿਲਾਇੰਸ ਫਰੈਸ਼ ਦੇ ਵਿੱਚ ਉਹ ਚੀਜ਼ ਆ ਜਿਹੜੀ ਉਹ ₹146 ਪ੍ਰਤੀ ਕਿਲੋ ਵਿਕਦੀ ਹੈ। ਤਾਂ ਤੁਸੀਂ ਇਹਦੇ ਵਿੱਚ ਫਾਰਮਰ ਦਾ ਸ਼ੇਅਰ ਦੇਖ ਲਓ ਕਿ ਵੀ ਉਹ ਕਿੰਨਾ ਕੁ ਜਿਹੜਾ ਹੈਗਾ ਉਹ ਕਿੰਨੇ ਕੁ ਪਰਸੈਂਟੇਜ ਬਣਦਾ ਹੋਊਗਾ। ਤਾਂ ਇੰਨੀ ਵੱਡੀ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਬਿਗ ਇੰਟੈਲੀਜੈਂਸ ਦੇ ਨਾਲ ਤੇ ਮਤਲਬ ਇਹ ਫਿਊਚਰ ਹੋਲਡਿੰਗ ਵੀ, ਫਿਊਚਰ ਜਿਹੜੀ ਹੈਗੀ ਆ ਮਤਲਬ ਉਹ ਵੀ ਟ੍ਰੇਡਿੰਗ ਵੀ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀਮਤਾਂ ਨੇ ਜਿਹੜੀਆਂ ਉਹ ਕਿਸ ਹਿਸਾਬ ਦੇ ਨਾਲ ਤਬਦੀਲ ਹੋਣ ਜਾ ਰਹੀਆਂ ਨੇ। ਤੇ ਇਸੇ ਕਰਕੇ ਸਟੋਰੇਜ ਫੈਸਿਲਿਟੀਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਉਹ ਆਪਣੇ ਜਿਹੜੇ ਰੂਲਸ ਨੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਨਾ ਚਾਹੁੰਦੇ ਆ, ਉਹ ਉਹਨਾਂ ਨੂੰ ਰੀਵੈਂਪ ਕਰਨਾ ਚਾਹੁੰਦੇ ਆ। ਹੁਣ ECA ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਜਿੰਨੇ ਵੀ ਰਿਫਾਰਮਸ ਨੇ ਉਹ ਇਹਦੇ ਵਾਸਤੇ ਲੀਗਲ ਬੇਸਿਸ ਆ ਜਿਹੜਾ ਉਹ ਪ੍ਰੋਵਾਈਡ ਕਰਦਾ। ਤਾਂ 2000 ਦੇ ਵਿੱਚ ਵਾਜਪੇਈ ਗਵਰਨਮੈਂਟ ਨੇ ਇੱਕ ਕਮੇਟੀ ਜਿਹੜੀ ਹੈਗੀ ਅਪਾਇੰਟ ਕੀਤੀ ਸੀਗੀ, ਕਮੇਟੀ ਫਾਰ ਲੌਂਗ ਟਰਮ ਗ੍ਰੇਨ ਪਾਲਿਸੀ। ਤਾਂ ਉਹਨਾਂ ਨੇ ਮਤਲਬ ਜਦੋਂ ਆਪਣੀ ਰਿਪੋਰਟਸ ਦੇਣੀਆਂ ਸੀਗੀਆਂ ਮਤਲਬ ਤਾਂ ਕਿ ਪ੍ਰੋਕਿਉਰਮੈਂਟ ਦੇ ਵਿੱਚ ਜਾਂ ਦੂਸਰੇ ਜਿਹੜੀਆਂ ਪ੍ਰਾਈਸਿਸ ਨੇ ਉਹਨਾਂ ਬਾਰੇ ਕੋਈ ਠੋਸ ਫੈਸਲੇ ਕੀਤੇ ਜਾ ਸਕਣ, ਕੋਈ ਲੌਂਗ ਟਰਮ ਪਾਲਿਸੀ ਬਣਾਈ ਜਾ ਸਕੇ। ਤਾਂ ਉਹਨਾਂ ਨੇ ਜਿਵੇਂ ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰਨੀ ਸੀਗੀ, ਤਾਂ ਜਿਹੜੇ MNCs ਦੇ ਰਿਪਰੈਜ਼ੈਂਟੇਟਿਵ ਸੀਗੇ, ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀ ਮਤਲਬ ਅਸੀਂ ਉਦੋਂ ਤੱਕ ਅਸੀਂ ਗ੍ਰੇਨ ਦੇ ਵਿੱਚ ਮਤਲਬ ਗ੍ਰੇਨ ਟ੍ਰੇਡ ਦੇ ਵਿੱਚ ਅਸੀਂ ਇਨਵੈਸਟ ਨਹੀਂ ਕਰਾਂਗੇ ਜਦ ਤੱਕ ਇਹ ਮਤਲਬ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਹੈਗੀਆਂ ਸਟੋਰੇਜ ਦੀਆਂ ਜਿਹੜੇ ਸਾਡੇ ਉੱਤੇ ਕੰਟਰੋਲ ਰੱਖੇ ਜਾਣਗੇ, ਨੰਬਰ 1। ਦੂਸਰਾ ਉਹਨਾਂ ਨੇ ਇਹ ਕਿਹਾ ਕਿ ਵੀ ਕੱਲਾ ਸਟੋਰੇਜ ਦੇ ਉੱਤੇ ਕੰਟਰੋਲ ਹਟਾਉਣ ਦੇਣਾ ਸਾਡੇ ਵਾਸਤੇ ਕਾਫੀ ਨਹੀਂ ਹੈਗਾ, ਸਾਨੂੰ ਚਾਹੀਦੀ ਹੈ ਲੌਂਗ ਟਰਮ ਕੰਸਿਸਟੈਂਸੀ ਐਂਡ ਪ੍ਰੈਡਿਕਟੇਬਿਲਿਟੀ ਇਨ ਗਵਰਨਮੈਂਟ ਪਾਲਿਸੀਜ਼। ਮਤਲਬ ਸਾਨੂੰ ਤੁਸੀਂ ਸਾਬਤ ਕਰੋ ਕਿ ਵੀ ਮਤਲਬ ਤੁਸੀਂ ਜਿਹੜਾ ਹੈਗਾ ਵੀ ਇਸ ਨਾ ਪਾਲਿਸੀਜ਼ ਦੇ ਉੱਤੇ ਤੁਸੀਂ ਖੜੇ ਹੋਵੋਗੇ। ਤੇ ਸਾਨੂੰ ਕਿਸੇ ਵੀ ਕਿਸਮ ਦੇ ਬਫਰ ਸਟਾਕ ਤੋਂ ਜਿਹੜੇ ਪੋਟੈਂਸ਼ੀਅਲ ਥ੍ਰੈਟਸ ਨੇ, ਮਤਲਬ FCI ਦੇ ਜਿਹੜੇ ਗੋਡਾਊਨਸ ਦੇ ਵਿੱਚ ਅਸੀਂ ਬਫਰ ਸਟਾਕਸ ਅਸੀਂ ਕਰਦੇ ਹਾਂ ਜਿਹੜੇ ਕਿ ਸਾਡੀਆਂ ਪ੍ਰਾਈਸਿਸ ਨੂੰ ਸਟੈਬਲਾਈਜ਼ ਕਰਦੇ ਨੇ, ਕਿਸੇ ਵੀ ਕਿਸਮ ਦੇ ਜਿਹੜੇ ਉਹ ਜਿਹੇ ਪੋਟੈਂਸ਼ੀਅਲ ਥ੍ਰੈਟਸ ਨੇ ਸਾਨੂੰ ਉਹਦੇ ਤੋਂ ਵੀ ਇਮਿਊਨਿਟੀ ਚਾਹੀਦੀ ਹੈ। ਤਾਂ ਇਹ ਉਹਨਾਂ ਦੀ ਜਿਹੜੀ ਹੈਗੀ ਆ ਵੀ ਤੁਸੀਂ ਸੋਚ ਸਕਦੇ ਹੋ ਕਿ ਵੀ ਜਿਹੜਾ ਉਹਨਾਂ ਦਾ ਇਸ਼ਾਰਾ ਹੈ ਉਹ ਇਕੱਲਾ ਮਤਲਬ ਅਸੈਂਸ਼ੀਅਲ ਕਮੋਡਿਟੀ ਐਕਟਸ ਦੇ ਵਿੱਚ ਸਟੋਰੇਜ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਲਿਮਿਟਸ ਨੂੰ ਚੱਕਣ ਦੇ ਉੱਤੇ ਹੀ ਨਹੀਂ ਸੀਗਾ, ਉਹਨਾਂ ਦਾ ਇਸ਼ਾਰਾ ਇਸ ਪ੍ਰੋਕਿਉਰਮੈਂਟ ਦੀ ਜਿਹੜੀ ਪਾਲਿਸੀ ਹੈ ਉਹਨੂੰ ਖਤਮ ਕਰਨ ਦੇ ਉੱਤੇ ਵੀ ਸੀਗਾ। ਤੇ ਅਸੈਂਸ਼ੀਅਲ ਕਮੋਡਿਟੀ ਐਕਟ ਬਾਰੇ ਆਪਾਂ ਨੂੰ ਪਤਾ ਹੈ, ਬਹੁਤ ਸਾਰੇ ਰੂਲਸ ਦੇ ਆਪਾਂ ਮਤਲਬ ਅਵੇਅਰਨੈਸ ਤਾਂ ਹੁਣ ਤੱਕ ਕਾਫੀ ਹੋ ਚੁੱਕੀ ਹੈ, ਪਰ ਜੇ ਆਪਾਂ ਥੋੜ੍ਹਾ ਜਿਹਾ ਕੀਮਤਾਂ ਦੇ ਨਾਲ ਇਹਨੂੰ ਥੋੜ੍ਹਾ ਜੋੜ ਕੇ ਦੇਖੀਏ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਅਸੈਂਸ਼ੀਅਲ ਕਮੋਡਿਟੀ ਐਕਟ ਬਾਰੇ ਜੋ ਸਾਡੇ ਮਤਲਬ ਕਲੌਜ਼ ਨੇ ਉਹ ਕੁਝ ਇਹੋ ਜਿਹੀਆਂ ਨੇ ਕਿ ਵੱਡਾ ਕਾਰਪੋਰੇਟ ਸੈਕਟਰ ਉਹਦੇ ਵਿੱਚ ਕਦੇ ਵੀ ਨਹੀਂ ਆਊਗਾ। ਤਾਂ ਉਹ ਇਹੋ ਜਿਹੀਆਂ ਕਲੌਜ਼ ਨੇ ਕਿ ਵੀ ਮਤਲਬ ਵੀ ਜੇ ਤੁਸੀਂ ਮਤਲਬ ਜਿਹੜਾ ਹੈਗਾ ਵੀ ਪ੍ਰੋਸੈਸਿੰਗ ਤੁਹਾਡੀ ਲਿਮਿਟ ਹੈਗੀ ਹੈ ਤਾਂ ਉਹਦੇ ਤੋਂ ਤੁਸੀਂ ਜਿਹੜਾ ਹੈਗਾ ਵੀ ਉਹਦੇ ਵਿੱਚ ਤੁਸੀਂ ਸਟੋਰ ਕਰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਵਾਰਸ ਦੇ ਵਿੱਚ, ਫੈਮਿਨਸ ਦੇ ਵਿੱਚ, ਉਹਦੇ ਵਿੱਚ ਵੀ ਇਹ ਹੈ ਕਿ ਵੀ ਇਫ ਯੂ ਆਰ ਨਾਟ ਕ੍ਰਾਸਿੰਗ ਯੂਰ ਪ੍ਰੋਸੈਸਿੰਗ ਲਿਮਿਟ ਸੋ ਯੂ ਵੋਂਟ ਬੀ ਕਾਟ ਅਪ, ਯੂ ਵੋਂਟ ਬੀ ਨੋ ਐਕਸ਼ਨ ਵੁੱਡ ਬੀ ਟੇਕਨ ਅਗੇਂਸਟ ਯੂ। ਤਾਂ ਇਸ ਤੋਂ ਇਲਾਵਾ ਮਤਲਬ ਜੇ ਤੁਸੀਂ ਐਕਸਪੋਰਟ ਕਰਦੇ ਹੋ ਤਾਂ ਵੀ ਕੋਈ ਕਿਸੇ ਕਿਸਮ ਦੀ ਲਿਮਿਟ ਨਹੀਂ ਹੈਗੀ। ਫਿਰ ਈਵਨ ਐਮਰਜੈਂਸੀਜ਼ ਦੇ ਕੇਸ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਪੈਰੀਸ਼ੇਬਲ ਕਮੋਡਿਟੀਜ਼ ਨੇ, ਜੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਕੀਮਤਾਂ ਦਾ ਵਾਧਾ 100% ਤੋਂ ਵਧੇਰੇ ਹੋਊਗਾ ਤਾਂ ਕੰਟਰੋਲ ਕੀਤਾ ਜਾਊਗਾ। ਨਾਨ ਪੈਰੀਸ਼ੇਬਲ ਗੁੱਡਸ ਦੇ ਕੇਸ ਦੇ ਵਿੱਚ ਉਹ 50% ਹੈ। ਹੁਣ ਇਹਨੂੰ ਛੋਟੀ ਜੀ ਮਤਲਬ ਇੱਕ ਸਿੰਪਲ ਬੈਕ ਆਫ ਦਾ ਐਨਵੈਲਪ ਜੇ ਆਪਾਂ ਕੈਲਕੂਲੇਸ਼ਨ ਕਰਨੀ ਹੋਵੇ, ਮੰਨ ਲਓ ਕਿ ਵੀ ਪਿਛਲੇ ਸਾਲ ਐਵਰੇਜ ਪ੍ਰਾਈਸਿਸ ਪਿਆਜ਼ਾਂ ਦੀਆਂ ₹30 ਸੀਗੀਆਂ, ਠੀਕ ਹੈ। 100% ਦਾ ਮਤਲਬ ਕੀ ਹੁੰਦਾ? ਡਬਲ। ਤਾਂ ਦੈਟ ਮੀਨਸ ਨੈਕਸਟ ਈਅਰ ਤੁਸੀਂ 30 ਮਲਟੀਪਲਾਈਡ ਬਾਈ 2 60 ਹੋ ਗਿਆ। ਚਲੋ ਤੁਸੀਂ ਆਪਾਂ ਲਾਅ ਨੂੰ ਵੇਟ ਕਰਨਾ, ₹59 ਲਗਾ ਲਓ। ਸੋ ਦ ਪ੍ਰਾਈਸਿਸ ਕੈਨ ਬੀ ਫਿਕਸਡ ਐਟ ₹59, ਸੋ ਵੀ ਵੋਂਟ ਬੀ ਕਾਟ ਬਾਈ ਐਨੀ ਲਾਅ। ਉਸ ਤੋਂ ਅਗਲਾ ਸਾਲ 59 ਦਾ ਡਬਲ ਕਰ ਲਓ, 118 ਹੋ ਗਏ, 117 ਰੱਖ ਲਓ।
ਉਸ ਤੋਂ ਅਗਲਾ ਸਾਲ 117 ਦਾ ਡਬਲ 234 233 ਰੁਪਏ ਰੱਖ ਲਓ। ਉਸ ਤੋਂ ਅਗਲਾ ਸਾਲ, ਠੀਕ ਹੈ, 233 ਦਾ ਮਤਲਬ 466, ਠੀਕ ਹੈ, 435। ਤਾਂ ਇਹ 5 ਸਾਲਾਂ ਵਿੱਚ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਤੁਹਾਡੀ 30 ਰੁਪਏ ਦੀ ਚੀਜ਼ ਆ ਜਿਹੜੀ ਉਹ 435 ਰੁਪਏ ਦੀ ਹੋ ਸਕਦੀ ਹੈ। ਉਹ ਸੰਭਾਵਨਾ ਹੈ, ਮਤਲਬ ਆਪਾਂ ਇਹ ਨਹੀਂ ਕਹਾਂਗੇ ਕਿ ਵੀ ਪੱਕਾ ਹੋ ਹੀ ਜਾਊਗੀ। ਤਾਂ ਜਿੱਥੇ ਅਸੀਂ ਜਦੋਂ ਕੁਆਲਿਟੀ ਕੰਟਰੋਲ ਦੀ ਗੱਲ ਕਰਦੇ ਹਾਂ ਇਹਨਾਂ ਕਾਰਪੋਰੇਟ ਸੈਕਟਰ ਦੀ, ਤਾਂ ਸਾਡੇ ਕੋਲੇ ਇਹ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਮਤਲਬ ਸਾਡੇ ਕੋਲੇ ਕੁਆਲਿਟੀ ਕੰਟਰੋਲ ਵਾਲੀਆਂ ਸਾਡੀਆਂ ਆਰਗੇਨਾਈਜੇਸ਼ਨਸ ਨੇ, ਪਰ ਤੁਹਾਨੂੰ ਸਭ ਨੂੰ ਪਤਾ ਹੋਊਗਾ ਕਿ ਵੀ ਸਰਕਾਰ ਪਿਛਲੇ ਕਈ ਸਾਲਾਂ ਤੋਂ, ਕਈ ਦੇਰ ਤੋਂ ਬਹੁਤ ਸਾਰੀਆਂ ਕਮੋਡਿਟੀਜ਼ ਜਿਹੜੀਆਂ ਕਿ ਅਨਹੈਲਦੀ ਆ ਸਾਡੇ ਵਾਸਤੇ। ਅੱਛਾ, ਠੀਕ ਹੈ, ਮੈਨੂੰ ਥੋੜਾ ਜਿਹਾ ਮਤਲਬ ਇਹ ਕਰਨਾ ਪੈਣਾ। ਮੈਂ ਵਿਦਨ 4 or 5 ਮਿੰਟਸ ਸਰ, 2 ਮਿੰਟਸ, ਤਾਂ ਵਿਦਿਨ 2 ਮਿੰਟਸ ਮੈਂ ਮਤਲਬ ਇਸ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਤਾਂ ਯਾਨੀ ਕਹਿਣਾ ਮਤਲਬ ਇਹ ਸੀਗਾ ਕਿ ਵੀ ਰੈੱਡ ਲੇਬਲਿੰਗ ਜਾਂ ਮਤਲਬ ਕਿਸੇ ਵੀ ਕਿਸਮ ਦੇ ਜਿਹੜੇ ਹੈਲਥ ਥ੍ਰੈਟਸ ਨੇ, ਤਾਂ ਉਹਨਾਂ ਸਾਰਿਆਂ ਦੇ ਉੱਤੇ ਇੱਕ ਅਜੀਬ ਕਿਸਮ ਦੇ ਮਰਜਰਸ ਨੇ, ਇੱਕ ਅਜੀਬ ਕਿਸਮ ਦੀ ਜਿਹੜੀ ਹੈਗੀ ਕੋਟਰੀ ਬਣੀ ਹੋਈ ਹੈ, ਜਿਹੜੀ ਕਿ ਇਹ ਸਾਰੇ ਕੁਛ ਨੂੰ ਮਤਲਬ ਆਪਾਂ ਇਹ ਕਹਿ ਦਈਏ ਕਿ ਵੀ ਪੋਸੀਬਲ ਨਹੀਂ ਹੋਣ ਦਿੰਦੀ ਹੈਗੀ। ਤਾਂ ਮੈਂ 2 ਕੋਟਸ ਕਹਿ ਕੇ ਬੰਦ ਕਰਦੀ ਹਾਂ। ਹਾਲਾਂਕਿ ਮੇਰੇ ਕੋਲੇ ਕਾਫੀ ਕੁਛ ਮੈਂ ਇਹਦੇ ਬਾਰੇ ਡਿਸਕਸ ਕਰਨਾ ਚਾਹੁੰਦੀ ਸੀਗੀ, ਜਿਹੜਾ ਕਿ ਇੰਪਲੋਇਮੈਂਟ ਨਾਲ ਰਿਲੇਟਡ ਸੀ, ਫੂਡ ਪ੍ਰਾਈਸਿਸ ਨਾਲ ਰਿਲੇਟਡ ਸੀ, ਪਰ ਮੈਂ ਆਪਣਾ ਸ਼ਾਇਦ ਟਾਈਮ ਪਾਸ ਕਰ ਗਈ। ਤਾਂ ਹੈਨਰੀ ਕਿਸਿੰਗਰ ਕਹਿੰਦਾ ਕਿ who controls the food supply controls the people, who controls the energy controls the continents, who controls the money can control the world। ਤਾਂ ਕਿਹਦੇ ਕੋਲੇ ਉਹ ਮਨੀ ਹੈ, ਕਿਹਦੇ ਕੋਲੇ એનર્ਜੀ ਹੈ, ਕਿਹਦੇ ਕੋਲੇ ਉਹ ਫੂਡ ਦਾ ਕੰਟਰੋਲ ਹੈ, ਤੇ ਉਹਦੇ ਵਿੱਚ ਆਮ ਬੰਦਾ ਹੈ ਜਿਹੜਾ ਉਹ ਕਿੱਥੇ ਕੇਸ ਹੁੰਦਾ, ਆਪਾਂ ਨੂੰ ਸਭ ਨੂੰ ਪਤਾ। ਤੇ ਇਹਦੇ ਅਗੇਂਸਟ ਮੈਂ ਮਤਲਬ ਭਗਤ ਸਿੰਘ ਦੀ ਕੋਟ ਹੈ ਜਿਹੜੀ ਵੀ ਉਹ ਮੈਂ ਜ਼ਰੂਰ ਇੱਥੇ ਦੇਣਾ ਚਾਹੁੰਦੀ ਹਾਂ ਕਿ ਭਗਤ ਸਿੰਘ ਨੇ ਕਿਹਾ ਸੀਗਾ ਕਿ ਵੀ ਫਰੀडम ਇਜ਼ ਨਾਟ ਰੂਲ is taken from the white man to the brown man, so this is only the transfer of power। ਤਾਂ ਫਰੀडम ਸਾਡੀ ਕਿੱਥੇ ਹੈ? ਰੀਅਲ ਫਰੀडम ਸਾਡੀ ਇਸ ਗੱਲ ਦੇ ਵਿੱਚ ਹੈ ਕਿ ਜਿਹੜਾ ਅਨਾਜ ਪੈਦਾ ਕਰਦਾ ਉਹ ਭੁੱਖਾ ਨਾ ਸੋਵੇ, ਜਿਹੜਾ ਕੱਪੜਾ ਬਣਾਉਂਦਾ ਉਹ ਨੰਗਾ ਨਾ ਹੋਵੇ, ਜਿਹੜਾ ਮਤਲਬ ਘਰ ਬਣਾਉਂਦਾ ਉਹ ਹੋਮਲੈਸ ਨਾ ਹੋਵੇ। ਤਾਂ ਸਾਡੀ ਰੀਅਲ ਫਰੀडम ਹੈ ਜਿਹੜੀ ਉਹ ਇਹ ਹੈ। ਤਾਂ ਇਹਨਾਂ ਤਿੰਨਾਂ ਆਮ ਬੰਦਿਆਂ ਨੂੰ ਜਾਂ ਇਹਨਾਂ ਦੇ ਆਮ ਬੰਦਿਆਂ ਦੇ ਸਮੂਹ ਨੂੰ ਇਹ ਰੀਅਲ ਫਰੀडम ਦੇਣ ਵਾਸਤੇ ਇਹਨਾਂ ਲਾਜ਼ ਨੂੰ ਰਿਪੀਲ ਕਰਨਾ ਕਾਫੀ ਹੱਦ ਤੱਕ ਜ਼ਰੂਰੀ ਹੈ। ਤੇ ਇਸ ਮਾਮਲੇ ਵਿੱਚ ਮੈਂ ਜਿਹੜੀ ਲਾਸਟ ਲਾਈਨ ਕਹਿਣਾ ਚਾਹੁੰਦੀ ਹਾਂ ਕਿ ਵੀ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਦੋਂ ਅਸੀਂ ਪੋਸੀਬਿਲਿਟੀਜ਼ ਦੀ ਗੱਲ ਕਰਦੇ ਹਾਂ, ਪੋਟੈਂਸ਼ੀਅਲਸ ਦੀ ਗੱਲ ਕਰਦੇ ਹਾਂ, ਤਾਂ ਅਕਸਰ ਆਰਗੂਮੈਂਟਸ ਹੁੰਦੀਆਂ ਨੇ ਕਿ ਵੀ ਬਿਗ ਗਵਰਨਮੈਂਟ ਬੈਟਰ ਹੈ ਕਿ ਸਮਾਲ ਗਵਰਨਮੈਂਟ ਬੈਟਰ ਹੈ। ਤਾਂ ਮੇਰਾ ਇਹ ਕਹਿਣਾ ਹੈ ਕਿ ਵੀ ਨਾ ਬਿਗ ਦੀ ਗੱਲ ਹੈ ਨਾ ਇਹ ਸਮਾਲ ਦੀ ਗੱਲ ਹੈ, ਬੈਟਰ ਗਵਰਨਮੈਂਟ ਬੈਟਰ ਹੁੰਦੀ ਹੈ। ਤਾਂ ਉਹ ਬੈਟਰ ਵੇ ਦੇ ਨਾਲ ਉਹ ਕਿਵੇਂ ਮਤਲਬ ਆਪਣੇ ਕਾਮਨ ਪੀਪਲ ਆ ਉਹਨਾਂ ਦੇ ਇੰਟਰਸਟ ਦਾ ਧਿਆਨ ਰੱਖਦੀ ਹੈ, ਦੈਟ ਇਜ਼ ਮੋਰ ਇੰਪੋਰਟੈਂਟ। ਥੈਂਕ ਯੂ ਵੈਰੀ ਮਚ।